ਅੱਜ ਕੀ ਗੱਲ ਹੋ ਗਈ ਛੋਟੇ ਛੋਟੇ ਬੱਚਿਆਂ ਨੂੰ? ਅੱਜ ਤੁਹਾਡੀ ਤੁਸੀਂ ਨਹੀਂ ਕੁਝ ਕੀਤਾ ਹੈ? ਅੱਜ ਪ੍ਰੈਕਟਿਸ ਨਹੀਂ ਹੋਈ ਹੈ? ਕੱਲ ਕਰ ਲਈਓ ਪ੍ਰੈਕਟਿਸ ਫਿਰ, ਹੈ ਠੀਕ ਹੈ? ਕੱਲ ਤਾਂ ਤੁਸੀਂ ਬਹੁਤ ਵਧੀਆ ਕੀਤਾ ਸੀ, ਅੱਗੇ ਤੋਂ ਅੱਗੇ ਬੈਟਰ ਕਰ ਰਹੇ ਹੋ ਤੁਸੀਂ, ਅੱਛਾ ਕਰ ਰਹੇ ਹੋ। ਜੈ ਮਾਲਕਾ ਦੀ। ਹੋਰ ਸਾਰੇ ਠੀਕ ਹੋ? ਆਨੰਦ ਲੈ ਰਹੇ ਹੋ? ਚਲੋ ਬਹੁਤ ਅੱਛੀ ਗੱਲ ਹੈ। ਤੁਹਾਨੂੰ ਆਨੰਦ ਲੈਂਦੇ ਦੇਖ ਕੇ ਸਾਨੂੰ ਬੜਾ ਆਨੰਦ ਆਉਂਦਾ ਹੈ। ਅਸੀਂ ਆਨੰਦ ਲੈ ਰਹੇ ਹਾਂ। ਬਾਕੀ ਇਹ ਪਲ ਹੈ ਹੀ ਆਨੰਦ ਦੇ। ਔਰ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕੁਛ ਬੋਲੀਏ, ਯਾਨੀ ਸਤਸੰਗ ਕਰੀਏ ਜਾਂ ਕੁਛ ਸਮਝਾਈਏ ਤਾਂ ਫੇਰ ਹੀ ਕੋਈ ਆਨੰਦ ਦੀ ਬਰਸਾਤ ਹੁੰਦੀ ਹੈ। ਜਿਹਨਾਂ ਦਿਲਾਂ 'ਚ ਪਿਆਰ ਹੁੰਦਾ ਹੈ ਉਹ ਤਾਂ, ਜਿਸ ਤਰ੍ਹਾਂ ਬੁੱਲੇ ਸ਼ਾਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਤਾਂ ਮੁਰਸ਼ਿਦ ਦੇ ਕੋਲ ਹੋਣ ਦੇ ਅਹਿਸਾਸ ਨਾਲ ਹੀ ਉਹ ਖੁਸ਼ੀ ਹੁੰਦੀ ਹੈ ਕਿ ਜਿਹਦੇ ਸਾਹਮਣੇ ਬਾਕੀ ਦੁਨਿਆਵੀ ਸਾਰੀਆਂ ਖੁਸ਼ੀਆਂ ਛੋਟੀਆਂ ਪੈ ਜਾਂਦੀਆਂ ਹੈ। ਕਿਉਂਕਿ ਮੁਰਸ਼ਿਦ ਦੇ ਸਾਹਮਣੇ ਹੋਣ ਦਾ, ਕੋਲ ਹੋਣ ਦਾ ਅਹਿਸਾਸ, ਤਾਂ ਉਸ ਵੇਲੇ ਉਹਦੇ 'ਚ ਇਨਸਾਨ ਨੂੰ ਇੱਦਾਂ ਲੱਗਦਾ ਕਿ ਮੈਨੂੰ ਸਭ ਕੁਝ ਮਿਲ ਗਿਆ। ਔਰ ਜਿਹਨਾਂ ਅੰਦਰ ਪਿਆਰ ਹੈ, ਜਿਹਨਾਂ ਅੰਦਰ ਮੁਹੱਬਤ ਹੈ, ਹਮੇਸ਼ਾ ਦੇਖਣ 'ਚ ਆਇਆ ਹੈ ਕਿ ਕਿਹਾ ਜਾਂਦਾ ਹੈ ਕਿ ਜਦੋਂ ਪਿਆਰ ਜ਼ਿਆਦਾ ਹੁੰਦਾ ਹੈ, ਮੁਹੱਬਤ ਜ਼ਿਆਦਾ ਹੁੰਦੀ ਹੈ, ਤਾਂ ਸ਼ਬਦ ਜਿਹੜੇ ਆ ਨਾ ਉਹ ਘਟਦੇ ਚਲੇ ਜਾਂਦੇ, ਘਟਦੇ ਚਲੇ ਜਾਂਦੇ। ਤਾਂ ਜਿੱਥੇ ਪਿਆਰ ਘੱਟ ਹੋਵੇ ਤਾਂ ਰੌਲਾ ਜ਼ਿਆਦਾ ਹੁੰਦਾ ਹੈ। ਤਾਂ ਹੀ ਦੇਖਦੇ ਨਾ ਝਗੜੇ ਹੁੰਦੇ ਆ। ਇਸ ਤਰ੍ਹਾਂ ਇੱਕ ਵਾਰੀ ਕਿਸੇ ਨੇ ਫਕੀਰਾਂ ਨੂੰ ਪੁੱਛਿਆ, ਕਹਿੰਦਾ ਮਹਾਰਾਜ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ ਤਾਂ ਫਿਰ ਉੱਚੀ ਆਵਾਜ਼ 'ਚ ਬੰਦਾ ਕਿਉਂ ਬੋਲਦਾ ਇੱਕ ਦੂਜੇ ਨਾਲ? ਉਦੋਂ ਇੱਕ ਦੂਜੇ ਨਾਲ ਉੱਚੀ ਆਵਾਜ਼ 'ਚ ਗੱਲ ਕਿਉਂ ਕਰਦਾ ਹੈ? ਉਸ ਲਈ ਫਕੀਰਾਂ ਨੇ ਬੜਾ ਪਿਆਰਾ ਜਵਾਬ ਦਿੱਤਾ ਕਿ ਜਦੋਂ ਬੰਦਾ ਗੁੱਸੇ 'ਚ ਹੁੰਦਾ ਹੈ, ਉੱਚੀ ਆਵਾਜ਼ 'ਚ ਇਸ ਲਈ ਗੱਲ ਕਰਦਾ ਹੈ ਕਿ ਗੁੱਸਾ, ਕ੍ਰੋਧ ਇੱਕ ਉਹ ਚੀਜ਼ ਹੈ ਜੋ ਸਾਨੂੰ, ਸਾਡੇ ਦਿਲਾਂ ਨੂੰ, ਸਾਡੇ ਰਿਸ਼ਤਿਆਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੰਦਾ ਹੈ। ਔਰ ਜਦੋਂ ਬੰਦਾ ਦੂਰ ਹੋਵੇ ਤਾਂ ਉੱਚੀ ਆਵਾਜ਼ ਬੋਲ ਕੇ ਹੀ ਦੂਜੇ ਨੂੰ ਸੁਣਾਉਣੀ ਪੈਂਦੀ ਹੈ। ਔਰ ਪ੍ਰੇਮ ਦੇ ਵਿੱਚ ਹਮੇਸ਼ਾ ਕਿਉਂ ਹੌਲੀ ਬੋਲਿਆ ਜਾਂਦਾ ਹੈ? ਇਹ ਦੇਖਿਆ ਕਿ ਪ੍ਰੇਮ ਦੇ ਵਿੱਚ ਹਮੇਸ਼ਾ ਹੌਲੀ ਆਵਾਜ਼ 'ਚ ਪਿਆਰ ਨਾਲ ਗੱਲ ਕੀਤੀ ਜਾਂਦੀ ਹੈ। ਔਰ ਕਈ ਵਾਰ ਤਾਂ ਇੱਦਾਂ ਹੁੰਦਾ ਕਿ ਬੋਲਣ ਦੀ ਵੀ ਲੋੜ ਨਹੀਂ ਪੈਂਦੀ, ਔਰ ਬਿਨ ਬੋਲਿਆ ਦੂਸਰਾ ਪਿਆਰਾ ਸਮਝ ਲੈਂਦਾ ਹੈ। ਤਾਂ ਉਹਦਾ ਮਤਲਬ ਉਸ ਵੇਲੇ ਦਿਲ ਬੜੇ ਨਜ਼ਦੀਕ ਹੁੰਦੇ ਹੈ। ਜਦੋਂ ਦਿਲ ਨਜ਼ਦੀਕ ਹੁੰਦੇ, ਜਿੱਦਾਂ ਅਸੀਂ ਦੇਖਦੇ ਹਾਂ ਕਿ ਛੋਟਾ ਜਿਹਾ ਬੱਚਾ ਚਾਹੇ ਤੋਤਲਾ ਬੋਲਦਾ ਹੋਵੇ ਤਾਂ ਉਹਦੀ ਮਾਂ ਬੜੀ ਜਲਦੀ ਸਮਝ ਲੈਂਦੀ ਕਿ ਮੇਰਾ ਬੱਚਾ ਕੀ ਕਹਿ ਰਿਹਾ ਹੈ, ਕਿਉਂਕਿ ਦਿਲ ਬੜਾ ਨੇੜੇ ਹੈ। ਇਸ ਲਈ ਗੱਲ ਦਿਲਾਂ ਦੀ ਹੁੰਦੀ ਹੈ ਕਿ ਜਦੋਂ ਦਿਲ 'ਚ ਪਿਆਰ ਭਰਪੂਰ ਹੋਵੇ ਤਾਂ ਫਿਰ ਕਿਹਾ ਵੀ ਜਾਂਦਾ ਹੈ ਕਿ ਇਨਸਾਨ ਦੇ ਦਿਲ 'ਚ ਆਉਣ ਵਾਲੀ ਜੋ ਵੀ ਦੁਆ ਹੈ ਉਹ ਪਰਮਾਤਮਾ ਦੇ ਘਰ ਤੱਕ ਜ਼ਰੂਰ ਪਹੁੰਚਦੀ ਹੈ, ਕਿਉਂਕਿ ਦਿਲ 'ਚ ਹੋਣੀ ਚਾਹੀਦੀ ਹੈ, ਦਿਲ 'ਚੋਂ ਨਿਕਲਣੀ ਚਾਹੀਦੀ ਹੈ ਦੁਆ, ਕਿਉਂਕਿ ਦਿਲ ਹੀ ਤਾਂ ਸਾਨੂੰ ਉਸ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਸੋ एक शायर ने बड़ा प्यारा लिखा है कि अकल कहती है कि पी शू शकर, पर इश्क कहता है कि पी खूने जिगर। अकल कहती है कि चल बाजार को, पर इश्क ले जाता है सोए यार को। अकल कहती है कि तख्ते शाहियाना मिले, अकल कहती है कि तख्ते शाहियाना मिले, पर इश्क कहता है कि ये वीराना मिले। अकल कहती है कि तख्ते शाहियाना मिले, पर इश्क कहता है कि वीराना मिले। अकल कहती है, और अकल और इश्क की गल हो रही है, क्योंकि अकल की कहती है, अकल बंदे की बुद्धि, बंदा मन की कहेगा, बंदा मन कहेगा चल बाजार च चलते हैं, बाजार च चल, दुनिया वाल चल, दुनिया के मेले देख। पर जो इश्क कहता नहीं, वो यार के सामने चलते हैं, उत्थे जाके बहते हैं, क्योंकि जो सुकून उत्थे आना बाजारों में थोड़ी आ जाता है। अकल कहती है कि चल बाजार को, इश्क ले जाता है सोए यार को। अकल कहती है कि तख्ते शाहियाना मिले, पर इश्क कहता है कि
वीराना मिले। अकल कहती है कि दुनिया का ताजो तख्त मिलना चाहिए है। तख्ते शाहियाना का मतलब शाह का तख्त मिल जाए, मैं बादशाह बन के बह जावा। पर इश्क कहता की करना बादशाहियां नूं, बस वो यार मिल जाए तो बेशक वीरान ना हो, इकल्ले होइए तो वो वीराने में भी जे मेरा मुर्शद या यार मेरे नाल है तो उत्थे भी रौनक है, फिर वो भी जन्नत नालों ज़्यादा कीमती है। अकल कहती है पी सुदो शकर। अकल तो हमेशा नशियां वाल लैके जाती है, आ नशा कर लै, आ कर लै। पर इश्क कहता है कि पी खूने जिगर। पर इश्क कहता है, क्योंकि जदों इश्क इंसान करता ना तो फिर ये दिल तड़फता है। तो उसने समझ लो कि बंदा जिले तड़फ होंगी है ना अंदर, तो जिदा बंदा कहता तड़फ तड़फ के आंदा है ना कि अग ते इश्क का सेक की पुछदा है, इश्क का सेक बधेरा। अग ते साड़े कख ते काने, इश्क साड़े दिल मेरा। अग दा दारू मीह ते पानी, पर इश्क दा दारू केड़ा। यार फरीद उत्थे कख नहीं रहिंदा जिथे इश्क ने कीता डेरा। ये फरीद सावरी हुए है, क्योंकि एक बाबा फरीद हुए है, बाबा फरीद गंजे शकर, उन्होंने वाणी तो तकरीबन बच्चे बच्चे को पता है। पर एक फरीद सावरी हुए है जिन्होंने अपने शायराना ढंग के नाल अपने कलामां के जरिए अपने इश्क की गल की है, अपनी मुहब्बत की गल की है। और ये फरीद सावरी की जिंदगी का किस्सा भी बड़ा प्यारा है कि कितना फकीर जीवन चाहते हैं और साड़ी जिंदगी में बदल के चले जाते हैं। कहते फरीद एक बहुत बड़े दुकानदार से, बहुत बड़ी दुकान सी उन्होंने, जिथे बहुत रश रहिंदा सी गाहकां दा, क्योंकि बड़े उच्चे उच्चे कीमती पदार्थ उन्होंने दुकान तो मिलते सी। एक दिन फरीद अपनी दुकान पर खड़े सौदा दे रहे हैं, एक फकीर आ गया उत्थे। जो फकीर आया तो फकीर ने आगे कहा कि ए फरीद मैंने एक पैसे की चीज़ चाहिए है। तो उसने फरीद ने कहा रुक जा भाई, इतने रुक जा, हाले पहला जिन्होंने ना जिदा होंगे कि बंदा कहता बड़े बड़े गाहक है, जिदा बंदा कहता कि तू पैसे की चीज़ लैनी ना रुपये की लैनी है, इसलिए पहले इन्होंने तोड़ देव, तेन बाद चो करते हैं, क्योंकि इधर भीड़ ज़्यादा है। हूँ जिसले फकीर को 10 मिनट 15 मिनट 20 मिनट हुए खड़े, फिर उन्हें कहा वो फरीद हूँ तो मेरी बारी आ गई, दे दे। वो कहते रुक ला भाई, तेनों कदी काली है, क्योंकि देखा भीख मंगा या फकीर है, फटे हुए कपड़े है, पैरों नंगा है, हाल वाल बिखरे हुए है, इसलिए गौर नहीं किया। जिदा कोई भिखारी दुकान के बाहर खड़ जाए तो दुकानदार गौर नहीं करता, दुकानदार हमेशा गौर करता है अपने कस्टमर आते कि लै बई एक गाहक है, इन्होंने तो मैनू कुछ मिलना है, ये भिखारी तो मंगण वाला है, इन्हों तो मैनू देना पैना और इन्हों तो मैनू मिलना। इसलिए फरीद का ध्यान उधर रहे। करदे जो फिर 15-20 मिनट अद्धा घंटा होया, फकीर ने फिर आवाज़ मारी। तो उसलिए फरीद ने कहा पर तू करना की है, जाना कितने, बैठ जा, काली कादी तेन, पहला इन्होंने नवाबा तोड़ लवा मैं। तो उस वेले फकीर ने एक गल कही, क्या फरीद मैनू ये नहीं समझ आती कि तू इन्ना लालच करता पाया, तेरी मौत किदां होनी है, तू मरना किदां है। तो उस वेले फरीद ने कहा कहना मरन का की है, जिदा तू मरना उदा मैं मरना, मरना तो सारे एको ढंग ना होंदा है, कि मौत भी अलग अलग होंदी है। तो उस वेले फकीर ने मुस्कुरा के कहा फरीद तू कहता कि मरन का की है, मरदे सारे एको ढंग ने, जिदा तू मरना उदा मैं मरना, कहता तेन पता मेरी मौत। जरा हम गौर करने वाली गल है, क्योंकि ये घटना ने उन्होंने जिंदगी को बदलिया। वो कहते तू मौत की गल करना, तेन पता फकीर का मरना की मरना होंगे। तो उस वेले फिर फरीद ने कहा वो फकीर का मरना की, जिदा हर कोई मरता है उदा फकीर मर जाते हैं, मैं भी मर जाना, एक दिन सब ने मर जाना है, ये कोई फकीर का मरना अलग होंगे। तो उस वेले फकीर कहते हाँ फकीर का मरना अलग होंगे है, लै देख इनू कहते फकीर का मरना, कह के अपनी चादर उत्थे विछाई, लम्मे पे और आत्मा शरीर चो कटती। फरीद देखे कि फकीर हिलता ही नहीं गा, अपने नौकर को जाके देख। नौकर ने चेक किया, दिल की धड़कन श्वास, कहता महाराज तो मर गया। फरीद आया, उन्हें भी आके देखिया, बैद न बुलाया, क्योंकि जिस बाजार
ਉਹਨੇ ਦੁਕਾਨ ਸੀ, ਕੋਲੇ ਵੈਦ ਵੀ ਸੀ। ਵੈਦ ਨੂੰ ਬੁਲਾਇਆ, ਵੈਦ ਨੂੰ ਕਿਹਾ ਦੇਖੋ ਭਾਈ ਚੰਗਾ ਭਲਾ ਹੁਣੀ ਤਾਂ ਗੱਲਾਂ ਕਰਦਾ ਸੀ, ਇਹ ਕੀ ਹੋ ਗਿਆ ਇਸਨੂੰ? ਵੈਦ ਨੇ ਵੀ ਆ ਕੇ ਨਬਜ਼ ਦੇਖੀ, ਦਿਲ ਦੀ ਧੜਕਨ ਦੇਖੀ, ਕਿਉਂਕਿ ਜੋ ਵੈਦ ਨੇ ਦੱਸ ਦੇਣਾ, ਡਾਕਟਰ ਨੇ ਦੱਸ ਦੇਣਾ, ਸਧਾਰਨ ਬੰਦਾ ਨਹੀਂ ਦੱਸ ਪਾਉਂਦਾ। ਇਸ ਲਈ ਵੈਦ ਨੇ ਚੰਗੀ ਤਰ੍ਹਾਂ ਚੈੱਕਅਪ ਕੀਤਾ, ਚੰਗੀ ਤਰ੍ਹਾਂ ਦੇਖਿਆ, ਔਰ ਦੇਖਣ ਤੋਂ ਬਾਅਦ ਕਿਹਾ ਫਰੀਦ ਇਹ ਫਕੀਰ ਮਰ ਚੁੱਕਾ ਹੈ, ਹੁਣ ਤਾਂ ਇਹਦੇ ਦਫਨਾਉਣ ਦੀ ਤਿਆਰੀ ਕੀਤੀ ਜਾਵੇ। ਤਾਂ ਫਰੀਦ ਨੂੰ ਬੜਾ ਹੋਇਆ, ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ, ਇਹ ਮਰਨਾ, ਇਹਨੂੰ ਕਹਿੰਦੇ ਮਰਨਾ ਕਿ ਲੇਟਿਆ ਔਰ ਆਤਮਾ ਕੱਢ ਲਈ ਆਪਣੀ, ਨਾ ਹਾਏ ਨਾ ਹੁਈ ਨਾ ਉਫ। ਕਮਾਲ ਦੀ ਕੈਸੀ ਮੌਤ ਹੈ ਇਹਦੀ, ਇਹ ਕਿੱਦਾਂ ਦੀ ਮੌਤ ਹੈ? ਹੁਣ ਕਹਿੰਦੇ ਹੈ ਕਿ ਹਾਲੇ ਫਰੀਦ ਨੇ ਮਨ 'ਚ ਸੋਚਿਆ ਕਿ ਇਹ ਕਿ ਮੇਰੀ ਵਜ੍ਹਾ ਨਾਲ ਹੀ ਮਰ ਗਿਆ, ਇਸ ਲਈ ਹੁਣ ਤਿਆਰੀ ਵੀ ਮੈਂ ਹੀ ਕਰਨੀ ਇਹਦੀ ਮੈਯਤ ਦੀ। ਆਪਣੇ ਨੌਕਰਾਂ ਨੂੰ ਕਿਹਾ ਜਾਓ ਵੀ ਕਬਰ ਖੋਦੋ, ਕਫਨ ਲਿਆਓ, ਇਹਨੂੰ ਨਲਾਓ, ਕੱਪੜੇ ਪਵਾਓ। ਕੱਪੜੇ ਪਵਾਏ, ਨਲਾਇਆ, ਕੱਪੜੇ ਪਵਾ ਕੇ ਜਨਾਜ਼ੇ ਨੂੰ ਲੈ ਕੇ ਫਰੀਦ ਆਪਣੇ ਸਾਥੀਆਂ ਦੇ ਨਾਲ, ਕੁਛ ਹੋਰ ਵੀ ਦੁਕਾਨਦਾਰ ਨਾਲ ਇਕੱਠੇ ਹੋ ਗਏ। ਜਦੋਂ ਜਨਾਜ਼ੇ ਨੂੰ ਕਬਰ 'ਚ ਉਤਾਰਨ ਲੱਗੇ, ਜਨਾਜ਼ੇ ਨੂੰ ਕਬਰ 'ਚ ਉਤਾਰਨ ਲੱਗੇ ਤਾਂ ਫਕੀਰ ਛਾਲ ਮਾਰ ਕੇ ਖੜਾ ਹੋ ਗਿਆ। ਕਹਿੰਦੇ ਕਿਉਂ ਫਰੀਦ, ਇਹ ਹੁੰਦੀ ਹੈ ਫਕੀਰਾਂ ਦੀ ਮੌਤ, ਜਦੋਂ ਚਾਹਣ ਮਰਨ ਤਾਂ ਜਦੋਂ ਚਾਹਣ ਉੱਠ ਜਾਣ। ਉਹ ਤੂੰ ਕੀ ਮਰਨਾ, ਸਾਡੀ ਵਾਲੀ ਮਰਨੀ। ਬੰਦਾ ਮਰਦਾ ਤੇ ਇੱਕ ਵਾਰ ਮਰਦਾ, ਮੁੜ ਕੇ ਉੱਠਦਾ ਹੀ ਨਹੀਂ। ਫਕੀਰਾਂ ਦੀ ਤਾਂ ਬੰਦਗੀ ਦੇ ਨਾਲ, ਭਗਤੀ ਦੇ ਨਾਲ ਉਹਨਾਂ ਤਾਂ ਸਭ ਕੁਝ ਆਪਣੇ ਕੰਟਰੋਲ 'ਚ ਕੀਤਾ ਹੁੰਦਾ ਹੈ। ਜਦੋਂ ਚਾਹਣ ਅੱਖ ਬੰਦ ਕਰ ਲੈਣ, ਜਦੋਂ ਚਾਹਣ ਅੱਖ ਖੋਲ ਦੇਣ। ਹਾਂ, ਜਦੋਂ ਉਹਦਾ ਬੁਲਾਵਾ ਆ ਜਾਵੇ ਤਾਂ ਫਕੀਰ ਉਹਨੂੰ ਵੀ ਕਬੂਲ ਕਰਦੇ ਹੈ। ਜਾਣਾ ਤਾਂ ਸਭ ਨਹੀਂ ਹੈ, ਪਰ ਫਕੀਰ ਦਾ ਮਰਨਾ ਔਰ ਆਮ ਇਨਸਾਨ ਦਾ ਮਰਨਾ, ਇਹਦੇ 'ਚ ਬਹੁਤ ਫਰਕ ਹੁੰਦਾ ਹੈ। ਇਸ ਲਈ ਤੂੰ ਕੀ ਜਾਣੇ, ਤੂੰ ਕਹਿੰਦਾ ਜਿੱਦਾਂ ਤੂੰ ਮਰਨਾ ਉੱਦਾਂ ਮੈਂ ਮਰਨਾ। ਇਹ ਹੈ ਫਕੀਰ ਦੀ ਮੌਤ। ਕਹਿ ਕੇ ਫਕੀਰ ਤੁਰ ਪਏ। ਫਰੀਦ ਨੂੰ ਉੱਥੋਂ ਇੱਦਾਂ ਦਾ ਦਿਲ ਤੇ ਅਸਰ ਹੋਇਆ ਕਿ ਆਹ ਹੈ ਅਸਲੀ ਜ਼ਿੰਦਗੀ, ਜਿੱਥੇ ਮੌਤ ਨੂੰ ਵੀ ਆਪਣੇ ਕਾਬੂ 'ਚ ਕੀਤਾ ਹੋਇਆ ਹੈ। ਕਹਿੰਦੇ ਫਿਰ ਫਰੀਦ ਆਏ, ਆ ਕੇ ਦੁਕਾਨ ਦੇ ਜਿੰਨੀ ਸਮਾਨ ਸਮੂਨ ਸੀ ਨਾ, ਸਾਰਾ ਕੁਛ ਵੰਡ ਦਿੱਤਾ ਲੋਕਾਂ ਨੂੰ, ਦੁਕਾਨ ਬੰਦ ਕੀਤੀ ਔਰ ਫਕੀਰ ਦੇ ਮਗਰ ਹੀ ਤੁਰ ਪਏ। ਕਹਿੰਦੇ ਹੁਣ ਮੈਨੂੰ ਉਹੀ ਰਾਜ ਦੱਸੋ ਜਿਹੜਾ ਰਾਜ ਤੁਸੀਂ ਜਾਣਿਆ ਹੈ। ਸੋ ਫਿਰ ਉੱਥੋਂ ਫਰੀਦ ਦੀ ਜ਼ਿੰਦਗੀ ਬਦਲੀ ਔਰ ਫਿਰ ਸ਼ੁਰੂਆਤ ਹੋਈ ਇੱਕ ਦੁਕਾਨਦਾਰ, ਇੱਕ ਵਪਾਰੀ ਫਰੀਦ ਤੋਂ ਫਿਰ ਫਰੀਦ ਸਾਬਰੀ ਦਾ ਸਫ਼ਰ ਸ਼ੁਰੂ ਹੋਇਆ। ਫਿਰ ਬਣੇ ਫਰੀਦ ਸਾਬਰੀ। ਸਾਬਰੀ ਉਹਨਾਂ ਨੂੰ ਕਿਉਂ ਕਿਹਾ ਗਿਆ? ਬੜਾ ਸਬਰ ਸੀ ਉਹਨਾਂ 'ਚ, ਬੜੀ ਲੰਬੀ ਉਹਨਾਂ ਦੇ ਜੀਵਨ ਦੀਆਂ ਬਹੁਤ ਘਟਨਾਵਾਂ ਹੈ ਜਿੱਥੋਂ ਉਹਨਾਂ ਦਾ ਸਬਰ ਪਤਾ ਲੱਗਦਾ ਹੈ। ਇਸ ਲਈ ਉਹਨਾਂ ਦੇ ਨਾਮ ਦੇ ਨਾਲ ਸਾਬਰੀ ਜੁੜਿਆ, ਕਿਉਂਕਿ ਪੀਰਾਂ ਫਕੀਰਾਂ ਦੇ ਨਾਮ ਦੇ ਨਾਲ ਜਦੋਂ ਕੋਈ ਲਕਬ ਜੁੜਦਾ ਨਾ, ਲਕਬ ਦਾ ਮਤਲਬ ਹੁੰਦਾ ਜਦੋਂ ਕੋਈ, ਜਿੱਦਾਂ ਹੁਣ ਆਪਾਂ ਦੇਖਦੇ ਹਾਂ ਇੱਕ ਬੰਦਾ ਨੋਰਮਲ, ਉਹਦਾ ਬਚਪਨ 'ਚ ਇੱਕ ਨਾਮ ਰੱਖ ਦਿੱਤਾ ਜਾਂਦਾ ਹੈ, ਪਰ ਫਿਰ ਬੰਦਾ ਉਹ ਬੜਾ ਹੋ ਕੇ ਸਰਪੰਚ ਬਣ ਜਾਂਦਾ ਤਾਂ ਫਿਰ ਉਹਦਾ ਨਾਲ ਇੱਕ ਜੁੜ ਜਾਂਦਾ ਹੈ ਸਰਪੰਚ। ਸਮਝਦੇ ਹੋ? ਜੇ ਉਹ ਲੰਬੜਦਾਰ ਬਣ ਗਿਆ ਤਾਂ ਨਾਲ ਜੁੜ ਜਾਂਦਾ ਹੈ ਲੰਬੜਦਾਰ, ਕਿਉਂਕਿ ਉਹ ਇੱਕ ਲਕਬ ਜਿਹਦਾ ਕਹਿ ਦਿੰਦੇ ਕਿ ਨਾਲ ਉਹਦੇ ਇੱਕ ਉਪਮਾ ਜੁੜ ਜਾਂਦੀ ਹੈ। ਇਹ ਬੰਦਾ ਇਹ ਹੈ, ਇਹਦੇ ਅੰਦਰ ਇਹ ਗੁਣ ਹੈ, ਇਹਦੇ ਅੰਦਰ ਇਹ ਖੂਬੀਆਂ ਹੈ। ਹੁਣ ਜਦੋਂ ਕਿਸੇ ਅੰਦਰ ਸਬਰ ਹੋਵੇ ਤਾਂ ਉਹਨੂੰ ਸਾਬਰੀ ਕਿਹਾ ਜਾਂਦਾ ਹੈ। ਔਰ ਸਬਰ ਵੀ ਐਸਾ ਮਾੜਾ ਮੋਟਾ ਸਬਰ ਨਹੀਂ ਕਿ ਪਿਆਸ ਲੱਗੀ ਤਾਂ ਕੋਈ ਨਹੀਂ ਘੰਟੇ ਬਾਅਦ ਪਾਣੀ ਪੀ ਲਵਾਂਗੇ, ਭੁੱਖ ਲੱਗੀ ਹੈ ਤਾਂ ਕੋਈ 2 ਘੰਟੇ ਬਾਅਦ ਰੋਟੀ ਖਾ ਲਵਾਂਗੇ। ਮੈਂ ਬੜਾ ਸਬਰ ਕੀਤਾ, 2 ਘੰਟੇ ਮੈਂ ਰੋਟੀ ਨਹੀਂ ਖਾਧੀ। ਇਹ ਸਬਰ ਉਹ ਸਬਰ ਨਹੀਂ ਹੈ ਜੋ ਫਕੀਰਾਂ ਨੇ ਕੀਤੇ। ਸਮਝਦੇ ਹੋ? ਹਜ਼ੂਰ ਗੌਸ ਦੱਸਦੇ ਹੈ ਕਿ ਕਿੰਨੇ ਸਾਲ ਮੈਂ ਰੋਟੀ ਨੂੰ ਹੱਥ ਤੱਕ ਨਹੀਂ ਲਾਇਆ, ਸਿਰਫ ਪੇੜਾਂ ਦੇ ਪੱਤੇ ਤੋੜ ਕੇ ਉਹੀ ਖਾਧੇ। ਫਿਰ 1 ਸਾਲ ਇੱਦਾਂ ਹੋਇਆ ਬਗਦਾਦ ਵਿੱਚ ਅਕਾਲ ਪੈ ਗਿਆ, ਪੇੜਾਂ ਦੇ ਪੱਤੇ ਦੂਸਰੇ ਲੋਕ ਜਿਹੜੇ ਆ ਨਾ ਉਹ ਤੋੜ ਕੇ ਖਾਣ ਲੱਗੇ। ਫਿਰ ਮੈਂ ਜਦੋਂ ਭੁੱਖ ਲੱਗਦੀ ਸੀ ਪੇੜ ਦੇ ਪੱਤੇ ਨੂੰ ਤੋੜਨ ਲੱਗ ਕੇ, ਇੱਕ ਦਿਨ ਮੈਂ ਪੇੜ ਦੇ ਪੱਤੇ ਨੂੰ ਪਕੜ ਕੇ ਤੋੜਿਆ, ਖਾਣ ਲੱਗਾ ਤਾਂ ਫਿਰ ਮੇਰੇ ਮਨ 'ਚ ਆਇਆ ਇਹ ਪੱਤਾ ਮੈਂ ਖਾਣਾ ਹੈ, ਅਗਰ ਮੈਂ ਛੱਡ ਦੇਵਾਂ ਤਾਂ ਕਿਸੇ ਹੋਰ ਦੀ ਭੁੱਖ ਮਿਟਾਏਗਾ। ਇਸ ਲਈ ਕਹਿੰਦੇ ਫਿਰ ਮੈਂ ਪੱਤੇ ਖਾਣੇ ਵੀ ਛੱਡ ਦਿੱਤੇ। ਫਿਰ ਬਸ ਖੁਦਾ ਦੇ ਇਸ਼ਕ ਨਾਲ ਹੀ, ਸਬਰ ਕਰਕੇ ਉਹਦੇ ਨਾਲ ਹੀ ਜਿੰਦਾ ਰਿਹਾ। ਸੋ ਇਹ ਫਕੀਰਾਂ ਦੇ ਹੁੰਦੇ ਹੈ, ਸਮਝਦੇ ਹੋ? ਇਸ ਲਈ ਸਫਰ, ਕਦੀ ਮੌਕਾ ਮਿਲਿਆ ਤਾਂ ਫਰੀਦ ਸਾਬਰੀ ਦੇ ਸਤਸੰਗ ਕਰਾਂਗੇ।
ਉਹਨਾਂ ਦੇ ਜੀਵਨੀ ਦੀ ਕੁਝ ਘਟਨਾਵਾਂ ਜਿਹੜੀਆਂ ਕਿ ਸਾਡੇ ਜੀਵਨ ਨੂੰ ਬਦਲਣ ਵਾਲੀਆਂ ਹੈ, ਸਾਡੇ ਜੀਵਨ 'ਚ ਇੱਕ ਸਹੀ ਦਿਸ਼ਾ ਦਿਖਾਉਣ ਵਾਲੀਆਂ ਹੈ ਕਿ ਅਗਰ ਰੱਬ ਨੂੰ ਪਾਣਾ ਹੈ, ਉਹਦੀਆਂ ਰਹਿਮਤਾਂ ਨੂੰ ਪਾਣਾ ਹੈ ਤਾਂ ਇੱਦਾਂ ਦੇ ਰਸਤਿਆਂ 'ਚ ਗੁਜ਼ਰਨਾ ਪੈਂਦਾ ਹੈ। ਜਿੱਦਾਂ ਕਬੀਰ ਸਾਹਿਬ ਨੇ ਕਿਹਾ ਨਾ, ਜੇ ਤੋਂ ਘਰ ਹੈ ਪ੍ਰੇਮ ਕਾ ਖਾਲਾ ਕਾ ਘਰ ਨਹੀਂ। ਖਾਲਾ ਕਹਿ ਦਿੱਤਾ ਜਾਂਦਾ ਹੈ ਭੂਆ ਨੂੰ ਜਾਂ ਮਾਸੀ ਨੂੰ। ਜਿੱਦਾਂ ਆਪਾਂ ਨੇ ਅੰਕਲ, ਅੰਕਲ ਚਾਚੇ ਨੂੰ ਵੀ ਕਹਿ ਦਿੱਤਾ ਜਾਂਦਾ, ਮਾਮੇ ਨੂੰ ਵੀ ਕਹਿ ਦਿੱਤਾ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਜਾਂ ਹੋਰ ਵੀ ਅੰਕਲ ਵਿੱਚ ਕਈ ਕੁਛ ਆ ਜਾਂਦਾ ਨਾ। ਇਸੇ ਤਰ੍ਹਾਂ ਉਹ ਕਹਿੰਦੇ ਪ੍ਰੇਮ ਦਾ ਘਰ ਹੈ, ਖਾਲਾ ਕਾ ਘਰ ਥੋੜੀ ਹੈ। ਕਿਉਂਕਿ ਭੂਆ ਦੇ ਘਰ ਜਾਂ ਮਾਸੀ ਦੇ ਘਰ ਬੰਦਾ ਕਿੱਦਾਂ ਜਾਂਦਾ, ਮਾਸੀ ਆ ਗਈ ਮੈਂ ਕਹਿੰਦਾ ਠੀਕ ਹੈ। ਹੁਣ ਕਹਿੰਦੇ ਇਸ਼ਕ ਦਾ ਘਰ ਹੈ ਇਹ, ਕੋਈ ਇੱਦਾਂ ਨਹੀਂ ਕਿ ਜਦੋਂ ਦਿਲ ਕੀਤਾ ਵੜ ਕੇ ਜਾ ਕੇ। ਇੱਥੇ ਤਾਂ ਗਰਦਨ ਕਟਾਣੀ ਪੈਂਦੀ ਹੈ, ਚਮੜੀ ਲਹਾਣੀ ਪੈਂਦੀ ਹੈ, ਆਪਣੇ ਆਪ ਨੂੰ ਤਬਰੇਜ਼ ਦੀ ਤਰ੍ਹਾਂ, ਕਿਉਂਕਿ ਸ਼ਮਸ ਤਬਰੇਜ਼ ਦੀ ਚਮੜੀ ਉਤਾਰੀ ਗਈ ਸੀ, ਸਰਮਦ ਦੀ ਗਰਦਨ ਕੱਟੀ ਗਈ ਸੀ। ਮਨਸੂਰ ਦੇ ਬਾਰੇ ਤਾਂ ਕਈ ਵਾਰ ਦੱਸਿਆ ਹੀ ਹੈ ਕਿ ਫਿਰ ਤਾਂ ਹੀ ਕਿਹਾ ਜਾਂਦਾ ਆਪਣਾ ਆਪ ਗਵਾਈਏ ਆਸ਼ੋ ਪਾਈਏ। ਸੋ फकीरा फकीरी दूर है जितनी के लंबी खजूर है, चढ़ जाए तो चाखे प्रेम रस, गिर जाए तो चकना सो है इश्क। ਇਹਦੇ ਬਾਰੇ ਜਿੰਨਾ ਜਾਣੀਏ, ਜਿੰਨਾ ਸਮਝੀਏ ਤਾਂ ਜਿਹੜੇ ਆਸ਼ਿਕ ਹੈ ਉਹਨੇ ਅੱਗੇ ਵਧਦੇ। ਕਹਿੰਦੇ ਠੀਕ ਹੈ, ਜੇ ਉਹ ਕਰ ਸਕਦੇ ਤਾਂ ਅਸੀਂ ਕਿਉਂ ਨਹੀਂ। ਤਾਂ ਜਿਹੜੇ ਦਿਖਾਵਾ ਕਰਨ ਵਾਲੇ ਪਿੱਛੇ ਹੋ ਜਾਂਦੇ ਹਨ, ਇਹ ਕਰਨਾ ਪੈਣਾ, ਚਮੜੀ ਲਾਣੀ ਪੈਣੀ। ਭਾਈ ਮੈਂ ਨਹੀਂ ਲਾ ਸਕਦਾ। ਜਿੱਦਾਂ ਦੱਸਿਆ ਸੀ ਨਾ, ਇੱਕ ਕਹਾਣੀ ਅਸੀਂ ਸਤਸੰਗ 'ਚ ਦੱਸੀ ਸੀ ਕਿ ਇੱਕ ਵਾਰ ਇੱਕ ਨੌਜਵਾਨ ਤੁਰਿਆ ਜਾਂਦਾ, ਸਾਹਮਣੇ ਉਹ ਦੇਖਦਾ ਇੱਕ ਬੜੀ ਸੁੰਦਰ ਇੱਕ ਲੜਕੀ ਆ ਰਹੀ ਹੈ, ਔਰ ਉਹ ਲੜਕੀ ਜਿਹੜੀ ਸੀ ਬੜੀ ਨੇਕ ਸੀ। ਜਦੋਂ ਉਹਨੇ ਦੇਖਿਆ ਨੌਜਵਾਨ ਨੇ, ਤਾਂ ਪਹਿਲੀ ਨਜ਼ਰ 'ਚ ਉਹਨੂੰ ਪਿਆਰ ਹੋ ਗਿਆ। ਹੁਣ ਲੜਕੀ ਅੱਗੇ ਅੱਗੇ, ਨੌਜਵਾਨ ਪਿੱਛੇ ਪਿੱਛੇ ਜਾ ਰਹੇ ਆ, ਜਾ ਰਹੇ ਆ, ਜਾ ਰਹੇ ਆ, ਤੇ ਲੜਕੀ ਨੇ ਵੀ ਦੇਖ ਲਿਆ ਨੌਜਵਾਨ ਮੇਰੇ ਪਿੱਛੇ ਪਿੱਛੇ ਆ ਰਹੇ। ਲੱਗਦਾ ਕਿਉਂਕਿ ਪਤਾ ਲੱਗ ਹੀ ਜਾਂਦਾ ਬੰਦੇ ਨੂੰ। ਹੁਣ ਚਲਦੇ 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 ਲੜਕੀ ਬਾਜ਼ਾਰ ਤੋਂ ਬਾਹਰ ਆਈ, ਨੌਜਵਾਨ ਵੀ ਮਗਰ ਮਗਰ। ਅੱਗੇ ਇੱਕ ਨਦੀ ਸੀ, ਲੜਕੀ ਨੂੰ ਤੈਰਨਾ ਆਉਂਦਾ ਸੀ, ਉਹ ਤੈਰ ਕੇ ਨਦੀ ਪਾਰ ਕਰ ਗਈ। ਨੌਜਵਾਨ ਨੂੰ ਤੈਰਨਾ ਨਹੀਂ ਆਉਂਦਾ ਸੀ, ਛਾਲ ਮਾਰੀ, ਗੋਤੇ ਖਾਧੇ, ਪਰ ਫਿਰ ਵੀ ਹੱਥ ਪੈਰ ਮਾਰਦਾ ਮਾਰਦਾ ਦੂਜੇ ਪਾਸੇ ਪਹੁੰਚ ਗਿਆ। ਜਦੋਂ ਦੂਜੇ ਪਾਸੇ ਪਹੁੰਚ ਗਿਆ, ਲੜਕੀ ਫਿਰ ਤੁਰੀ ਹੋਈ ਹੈ। ਹੁਣ ਜਦੋਂ ਪਹੁੰਚਿਆ, ਡੁੱਬਦਾ ਡੁੱਬਦਾ ਬਾਹਰ ਦੌੜ ਕੇ ਗਿਆ, ਉਹਨੂੰ ਕਹਿਣ ਲੱਗਾ ਰੁਕ, ਦੇਖ ਮੈਨੂੰ ਤੈਰਨਾ ਨਹੀਂ ਆਉਂਦਾ ਸੀ, ਪਰ ਮੈਂ ਤੇਰੇ ਨਾਲ ਇੰਨਾ ਇਸ਼ਕ ਕਰਦਾ ਹੈ, ਇੰਨੀ ਮੁਹੱਬਤ ਕਰਦਾ ਕਿ ਮੈਂ ਤੈਰਨਾ ਨਹੀਂ ਜਾਣਦਾ ਸੀ, ਫਿਰ ਵੀ ਮੈਂ ਡੁੱਬਦਾ ਪੜਦਾ ਗੋਤੇ ਖਾਂਦਾ ਨਦੀ ਪਾਰ ਕਰਕੇ ਬੜੀ ਮੁਸ਼ਕਿਲ ਤੱਕ ਆ ਗਿਆ। ਇੱਥੋਂ ਮੇਰੇ ਇਸ਼ਕ ਦਾ ਪਤਾ ਲੱਗਦਾ ਹੈ ਕਿ ਮੈਂ ਤੇਰੇ ਨਾਲ ਕਿੰਨਾ ਸੱਚਾ ਇਸ਼ਕ ਕਰਦਾ ਹਾਂ, ਕਿੰਨੀ ਮੁਹੱਬਤ ਕਰਦਾ ਤੇਰੇ ਨਾਲ, ਕਿ ਤੇਰੀ ਖਾਤਰ ਮੈਂ ਮੌਤ ਨਾਲ ਵੀ ਲੜ ਗਿਆ। ਮੈਨੂੰ ਤੈਰਨਾ ਨਹੀਂ ਆਉਂਦਾ ਸੀ, ਮੈਂ ਚਾਹੁੰਦਾ ਤਾਂ ਮੁੜ ਸਕਦਾ ਸੀ ਕਿ ਏਡੀ ਵੱਡੀ ਨਦੀ ਹੈ, ਛਾਲ ਮਾਰੀ, ਤੈਰਨਾ ਆਉਂਦਾ ਨਹੀਂ ਕਿ ਡੁੱਬ ਕੇ ਮਰਨਾ ਜਾਵਾਂ, ਇਸ ਲਈ ਵਾਪਸ ਜਾ ਸਕਦਾ ਸੀ, ਪਰ ਨਹੀਂ। ਤੇਰੇ ਨਾਲ ਇੰਨਾ ਇਸ਼ਕ ਸੀ, ਇੰਨੀ ਮੁਹੱਬਤ ਸੀ, ਦੇਖ ਲੈ ਮੌਤ ਨਾਲ ਲੜ ਕੇ ਮੈਂ ਨਦੀ ਪਾਰ ਕਰਕੇ ਆਇਆ, ਕਿੰਨੇ ਗੋਤੇ ਖਾਧੇ, ਔਰ ਤੂੰ ਹੈ ਕਿ ਮੇਰੇ ਵੱਲ ਦੇਖਦੀ ਵੀ ਨਹੀਂ। ਮੈਂ ਤੇਰੇ ਨਾਲ ਬਹੁਤ ਇਸ਼ਕ ਕਰਦਾ ਹਾਂ। ਉਸਨੇ ਲੜਕੀ ਨੇ ਕਿਹਾ ਅੱਛਾ ਤੂੰ ਮੇਰੇ ਨਾਲ ਇਸ਼ਕ ਕਰਦਾ ਹੈ, ਪਰ ਮੈਂ ਤੈਨੂੰ ਦੱਸ ਦੇਵਾਂ, ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦੀ ਹਾਂ। ਉਹ ਕਹਿੰਦਾ ਕੀ? ਕਹਿੰਦਾ ਮੈਂ ਤੈਨੂੰ ਦੱਸਣੀ ਚਾਹੁੰਦੀ ਹਾਂ ਕਿ ਮੈਂ ਸੋਹਣੀ ਹਾਂ, ਪਰ ਮੇਰੇ ਤੋਂ ਵੀ ਜ਼ਿਆਦਾ ਸੋਹਣੀ ਇੱਕ ਹੈ ਜੋ ਦੁਨੀਆ ਦੀ ਸਭ ਤੋਂ ਖੂਬਸੂਰਤ ਹੈ। ਪਤਾ ਕਿੱਥੇ ਹੈ? ਕਹਿੰਦਾ ਕਿੱਥੇ? ਜੋ ਦੇ ਪਿੱਛੇ। ਜਿੱਦੇ ਉਹਨੇ ਪਿੱਛੇ ਨੂੰ ਦੇਖਿਆ, ਨਾਲ ਹੀ ਕੁੜੀ ਨੇ ਪੱਟ ਕੇ ਮੂੰਹ ਤੇ ਚਪੇੜ ਮਾਰੀ। ਕਹਿੰਦੀ ਜਾ ਵੱਡਾ ਆਸ਼ਿਕ ਆਇਆ ਹੈ, ਤੈਨੂੰ ਮੇਰੇ ਨਾਲ ਇਸ਼ਕ ਨਹੀਂ ਸੀ। ਜੇ ਤੈਨੂੰ ਮੇਰੇ ਨਾਲ ਇਸ਼ਕ ਹੁੰਦਾ ਤਾਂ ਤੈਨੂੰ ਮੈਂ ਕਹਿ ਵੀ ਦਿੰਦੀ ਨਾ ਸਵਰਗ ਦੀ ਅਪਸਰਾ ਵੀ ਆ ਗਈ ਹੈ, ਤਾਂ ਵੀ ਤੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਸੀ, ਤੂੰ ਕਹਿਣਾ ਸੀ ਲੈ ਮੈਨੂੰ ਤੇਰੇ ਨਾਲ ਪਿਆਰ ਹੈ, ਇਹ ਤੋਂ ਵੱਧ ਕੇ ਹੋਰ ਕੋਈ ਹੈ ਹੀ ਨਹੀਂ ਮੇਰੇ ਵਾਸਤੇ। ਫਿਰ ਬੰਦੇ ਦਾ ਧਿਆਨ ਇੱਧਰ ਉੱਧਰ ਨਹੀਂ ਜਾਂਦਾ, ਸਮਝਦੇ ਹੋ ਨਹੀਂ? ਇਸ ਕਰਕੇ ਜੇ ਤਾਂ ਸੱਚਾ ਇਸ਼ਕ ਹੁੰਦਾ ਹੈ ਤਾਂ ਫਿਰ ਮਜਨੂੰ ਨੂੰ ਇਸ਼ਕ ਹੋਇਆ ਸੀ ਕਿ ਲੈਲਾ ਸਾਂਭਲੀ ਸੀ, ਪਰ ਫਿਰ ਵੀ ਰਾਜੇ ਨੇ ਉਹਦੇ ਮੂਹਰੇ ਆਪਸ਼ਨ ਵੀ ਰੱਖੀ ਸੀ। ਕਹਿੰਦੇ ਸੁੰਦਰ ਤੋਂ ਸੁੰਦਰ ਰਾਜੇ ਨੇ ਦਾਸੀਆਂ ਉਹਦੇ ਸਾਹਮਣੇ ਖੜੀਆਂ ਕਰਤੀਆਂ ਕਿ ਲੈ ਵੀ ਦਾਸੀਆਂ, ਕਿ ਮਜਨੂੰ ਤੂੰ ਜਿਹਨੂੰ ਕਹਿ ਦੇਗਾ ਉਹਦੇ ਨਾਲ ਤੇਰਾ ਨਿਕਾਹ ਕਰ ਦੂੰ, ਯਾਨੀ ਤੇਰੀ ਸ਼ਾਦੀ ਕਰ ਦੂੰ ਮੈਂ, ਉਹ ਲੈਲਾ ਨੂੰ ਭੁੱਲ ਜਾ। ਸੁੰਦਰ ਤੋਂ ਸੁੰਦਰ ਜੋ ਉਸ ਰਾਜੇ ਦੀਆਂ ਕਹਿੰਦੇ ਕਿ ਸਭ ਤੋਂ ਸੁੰਦਰ ਔਰਤਾਂ ਸੀ, ਕਹਿੰਦੇ ਜਿਹਨੂੰ ਤੂੰ ਕਹਿ ਦੇਗਾ ਮੈਂ ਤੇਰੇ ਨਾਲ ਸ਼ਾਦੀ ਕਰ ਦੂੰਗੀ, ਫਿਰ ਖੁਸ਼ੀ ਨਾਲ ਜ਼ਿੰਦਗੀ ਜੀਵੀ।
ਮਜਨੂੰ ਨਾਲੇ ਦੇਖਦਾ ਸੀ ਨਾਲੇ ਰੋਂਦਾ ਸੀ। ਉਹ ਕਹਿੰਦੇ ਰੋ ਕਿਉਂ ਰਿਹਾ ਹੈ? ਕਹਿੰਦਾ ਬਾਦਸ਼ਾਹ ਕੀ ਕਰਾਂ, ਇਹਨਾਂ 'ਚੋਂ ਮੇਰੀ ਲੈਲਾ ਕੋਈ ਵੀ ਹੈ ਨਹੀਂ। ਉਹ ਬਾਦਸ਼ਾਹ ਕਹਿੰਦਾ ਕੀ ਹੈ ਲੈਲਾ 'ਚ? ਲੈਲਾ ਤੇਰੀ ਕਾਲੀ ਹੈ। ਤਾਂ ਸੁਣਿਆ ਵੀ ਹੋਣਾ ਤੁਸੀਂ ਕਿ ਜਦੋਂ ਬਾਦਸ਼ਾਹ ਨੇ ਮਜਨੂੰ ਨੂੰ ਕਿਹਾ ਸੀ ਕਿ ਤੇਰੀ ਲੈਲਾ ਕਾਲੀ, ਤਾਂ ਮਜਨੂੰ ਨੇ ਜਵਾਬ ਦਿੱਤਾ ਤੇ ਕੋ ਅੱਖ ਨਹੀਂ ਦੇਖਣ ਵਾਲੀ। ਕੁਰਾਨ ਸ਼ਰੀਫ ਦੇ ਪੰਨੇ ਚਿੱਟੇ ਪਰ ਉੱਤੇ ਸਿਆਹੀ ਕਾਲੀ। ਇਹ ਬੁੱਲੇ ਸ਼ਾਹ ਨੇ ਮਜਨੂੰ ਦੇ ਕਿੱਸੇ ਨੂੰ ਓਕਰਾ ਕੀਤਾ ਹੈ ਕਿ ਬੁੱਲੇ ਸ਼ਾਹ ਜਦ ਦਿਲ ਮਿਲ ਜਾਂਦੇ ਫਿਰ ਕੀ ਗੋਰੀ ਕੀ ਕਾਲੀ। ਉਹ ਕਹਿੰਦੇ ਗੋਰਾ ਕਾਲਾ ਨਹੀਂ ਦੇਖਿਆ ਜਾਂਦਾ ਇਸ਼ਕ ਦੇ ਵਿੱਚ, ਜਾਤ ਪਾਤ ਨਹੀਂ ਦੇਖੀ ਜਾਂਦੀ। ਕਿਉਂਕਿ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਿਦ ਨਾਲ ਇਸ਼ਕ ਕੀਤਾ ਸੀ, ਉਹਦੀ ਜਾਤ ਨਹੀਂ ਦੇਖੀ ਸੀ, ਉਹਦਾ ਪਹਿਰਾਵਾ ਨਹੀਂ ਦੇਖਿਆ ਸੀ ਕਿ ਮੈਂ ਸੈਯਦ ਹਾਂ ਤੇ ਇਹ ਰਾਈ ਹੈ। ਸਮਝਦੇ ਹੋ? ਇਸ ਲਈ ਜਿਸ ਤਰ੍ਹਾਂ ਇੱਕ ਸ਼ਬਦ ਵੀ ਕਈ ਵਾਰ ਗਾਈਦਾ ਹੈ, ਬੜੇ ਮਾਲਕਾਂ ਦੇ ਪ੍ਰਤੀ ਲਿਖਿਆ ਹੈ ਕਿ ਹੁਣ ਐਸਾ ਨਹੀਂ ਯਾਰ ਬਟਾਉਣਾ ਭਾਵੇਂ ਸੋਹਣੇ ਮਿਲਣ ਹਜ਼ਾਰਾਂ, ਜੋ ਕਰਨਾ ਹੈ ਉਸ ਇੱਕ ਨੇ ਉਹ ਕਰਨਾ ਨਹੀਂ ਹਜ਼ਾਰਾਂ। ਜੋ ਇੱਕ ਨੇ ਕਰ ਦੇਣਾ ਉਹ ਹਜ਼ਾਰਾਂ ਨੇ ਥੋੜ੍ਹੀ ਕਰ ਦੇਣਾ ਹੈ। ਇਸ ਕਰਕੇ ਜਦੋਂ ਇਸ਼ਕ ਸੱਚਾ ਹੋਵੇ, ਮੁਹੱਬਤ ਸੱਚੀ ਹੋਵੇ, ਤਾਂ ਫਿਰ ਇੱਧਰ ਉੱਧਰ ਧਿਆਨ ਨਹੀਂ ਜਾਂਦਾ। ਫਿਰ ਤਾਂ ਬਸ ਤਾਰ ਜੁੜ ਗਈ ਹੈ ਤਾਂ ਜੁੜ ਗਈ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਉਹ ਨੌਜਵਾਨ ਦੇ ਮੂੰਹ ਤੇ ਚਪੇੜ ਪਈ, ਕਹਿੰਦੀ ਬਸ ਇੱਥੇ ਮੁੜ ਜਾ, ਇਹ ਤੇਰਾ ਇਸ਼ਕ ਸੱਚਾ ਨਹੀਂ ਹੈ। ਕਿਉਂਕਿ ਜਿਹਨਾਂ ਦਾ ਇਸ਼ਕ ਸੱਚਾ ਹੋਵੇ ਫਿਰ ਉਹਨਾਂ ਨੂੰ ਲੱਖ ਕੋਈ ਕਵੇ ਉੱਧਰ ਸੁੰਦਰ ਨਜ਼ਾਰਾ, ਉੱਧਰ ਸੁੰਦਰ ਨਜ਼ਾਰਾ, ਉੱਧਰ ਸੁੰਦਰ ਨਜ਼ਾਰਾ, ਉਹਨਾਂ ਦਾ ਧਿਆਨ ਕਿਸੇ ਵੱਲ ਫਿਰ ਕਿਸੇ ਨਜ਼ਾਰੇ ਵੱਲ ਜਾਂਦਾ ਨਹੀਂ। ਉਹ ਕਹਿੰਦੇ ਸਭ ਤੋਂ ਸੋਹਣਾ ਨਜ਼ਾਰਾ ਤਾਂ ਮੇਰਾ ਮਹਿਬੂਬ ਹੈ, ਮੇਰਾ ਪਿਆਰਾ ਹੈ ਜੋ ਮੇਰੇ ਸਾਹਮਣੇ ਹੈ, ਇਸ ਤੋਂ ਸੁੰਦਰ ਹੋਰ ਕੀ ਹੈ। ਇਸੇ ਲਈ ਤਾਂ ਸੁਲਤਾਨ ਬਾਹੂ ਨੇ ਵੀ ਕਹਿ ਦਿੱਤਾ ਕਿ ਦੀਦਾਰ ਮੇਰੇ ਮੁਰਸ਼ਦ ਦਾ ਬਾਹੂ ਮੈਨੂੰ ਲੱਖ ਕਰੋੜਾਂ ਹੱਜਾਂ। ਉਹ ਕਹਿੰਦੇ ਹੱਜਾਂ ਦੀ ਵੀ ਹੁਣ ਜ਼ਰੂਰਤ ਨਹੀਂ ਹੈ, ਮੱਕੇ ਜਾਣ ਦੀ ਵੀ ਜ਼ਰੂਰਤ ਨਹੀਂ ਹੈ। ਮੱਕੇ ਨੂੰ ਕੀ ਦੇਖਣਾ, ਕਾਬਾ ਵੀ ਕੀ ਦੇਖਣਾ, ਹੁਣ ਤਾਂ ਮੁਰਸ਼ਦ ਦਾ ਦੀਦਾਰ ਹੀ ਲੱਖਾਂ ਕਰੋੜਾਂ ਹੱਜਾਂ ਦੇ ਬਰਾਬਰ ਹੈ। ਕਿਉਂਕਿ ਸਭ ਤੋਂ ਜ਼ਿਆਦਾ ਪਿਆਰਾ ਮੈਨੂੰ ਮੇਰਾ ਮੁਰਸ਼ਦ ਹੈ, ਉਹਨੂੰ ਦੇਖ ਕੇ ਹੀ ਮੈਨੂੰ ਲੱਖਾਂ ਕਰੋੜਾਂ ਹੱਜਾਂ ਦਾ ਸਵਾਬ ਮਿਲ ਜਾਂਦਾ ਹੈ। ਇਸ ਲਈ ਮੁੱਲਾ ਰਹਿਣ ਦੇ ਝਗੜੇ ਜੰਨਤ ਦੇ, ਜਿੰਦ ਯਾਰ ਦੇ ਵਿਹੜੇ ਵੜ ਗਈ ਏ, ਮੈਨੂੰ ਹੋਰ ਜ਼ਮਾਨੇ ਦੀ ਲੋੜ ਨਹੀਂ, ਰੂਹ ਕਲਮਾ ਯਾਰ ਦਾ ਪੜ ਗਈ ਏ। ਕਿ ਹੁਣ ਇਹ ਜੰਨਤ ਦੇ ਝਗੜੇ ਵੀ ਰਹਿਣ ਦੇ, ਮੈਨੂੰ ਜੰਨਤ ਵੀ ਨਹੀਂ ਚਾਹੀਦੀ, ਕਿਉਂਕਿ ਹੁਣ ਮੇਰੀ ਰੂਹ ਨੇ ਨਾ ਉਹ ਯਾਰ ਦਾ ਕਲਮਾ ਪੜ੍ਹ ਲਿਆ ਹੈ। ਹੁਣ ਤਾਂ ਉਹਦੇ ਕਦਮਾਂ 'ਚ ਹੀ ਮੇਰੀ ਜੰਨਤ ਹੈ, ਉਹਦੇ ਕਦਮਾਂ 'ਚ ਹੀ ਮੇਰਾ ਸਵਰਗ ਹੈ, ਉਹਦੇ ਕਦਮਾਂ 'ਚ ਹੀ ਮੇਰਾ ਸਭ ਕੁਛ ਹੈ। ਸੋ ਇਹ ਹੁੰਦੀ ਹੈ ਆਸ਼ਕਾਂ ਦੀ ਗੱਲ, ਇਹ ਹੁੰਦੀ ਹੈ ਪਿਆਰਿਆਂ ਦੀ ਗੱਲ। ਮਾਲਕ ਰਹਿਮਤ ਕਰਨ, ਕਿਰਪਾ ਕਰਨ ਕਿ ਤੁਹਾਡੇ ਅੰਦਰ ਵੀ ਉਸ ਮਾਲਿਕ ਦਾ, ਉਸ ਪਰਮਾਤਮਾ, ਉਸ ਪ੍ਰਭੂ ਦਾ ਸੱਚਾ ਇਸ਼ਕ ਪੈਦਾ ਹੋਵੇ। ਕਿਉਂਕਿ ਇਹ ਜੀਵਨ ਦਾ ਆਨੰਦ ਉਹੀ ਲੈ ਕੇ ਜਾਂਦੇ ਹੈ। ਨਾਮ ਉਹਨਾਂ ਦੀ ਦੁਨੀਆ ਤੇ ਰਹਿੰਦਾ ਹੈ ਜਿਨ੍ਹਾਂ ਦੇ ਅੰਦਰ ਉਹਦੇ ਇਸ਼ਕ ਦਾ ਰੰਗ ਚੜ੍ਹ ਜਾਂਦਾ ਹੈ, ਉਹਦੀ ਮੁਹੱਬਤ ਦਾ ਰੰਗ ਚੜ੍ਹ ਜਾਂਦਾ ਹੈ। ਇਸ ਲਈ ਚੈੱਕ ਕਰਿਆ ਕਰੋ ਕਿ ਮੇਰੇ ਦਿਲ 'ਚ ਉਹਦਾ ਰੰਗ ਚੜ੍ਹਿਆ ਹੈ। ਕਿਉਂਕਿ ਰੰਗ ਇੱਥੋਂ ਸ਼ੁਰੂ ਹੁੰਦਾ ਚੜ੍ਹਨਾ, ਪਹਿਲਾਂ ਇੱਥੇ ਚੜ੍ਹਦਾ ਹੈ ਤਾਂ ਫਿਰ ਹੌਲੀ 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 ਬਾਹਰ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਪਰ ਕਈ ਹੁੰਦੇ ਉਹ ਬਾਹਰੋਂ ਤਾਂ ਭੇਸ਼ ਬਣਾ ਲੈਂਦੇ ਹੈ ਪਰ ਅੰਦਰ ਰੰਗ ਹੁੰਦਾ ਹੀ ਨਹੀਂ ਹੈ। ਤਾਂ ਫਿਰ ਉਹੀ ਗੱਲ ਕਿ ਜਿਸ ਤਰ੍ਹਾਂ ਦੱਸੀਦਾ ਹੈ ਕਿ ਦਿਖਾਵਾ ਔਰ ਸੱਚਾਈ, ਇਹ ਤਾਂ ਆਮ ਇਨਸਾਨ ਨੂੰ ਵੀ ਪਤਾ ਲੱਗ ਜਾਂਦਾ। ਫਿਰ ਉਹ ਤਾਂ ਪਰਮਾਤਮਾ ਹੈ, ਉਹ ਤਾਂ ਪ੍ਰਭੂ ਹੈ, ਉਹ ਵੀ ਤਾਂ ਦੇਖਦਾ ਹੈ ਕਿ ਰੰਗ ਸੱਚਾ ਹੈ ਜਾਂ ਕਿੱਦਾਂ ਹੈ। ਸੋ ਤੁਹਾਡੇ ਹਿਰਦੇ 'ਚ ਉਸ ਮਾਲਿਕ ਦੇ ਪ੍ਰੇਮ ਦਾ, ਉਹਦੀ ਮੁਹੱਬਤ ਦਾ, ਉਹਦੇ ਇਸ਼ਕ ਦਾ ਰੰਗ ਚੜ੍ਹੇ। ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਵੇ। ਔਰ ਹੁਣ ਟਾਈਮ ਕਾਫੀ ਹੋ ਗਿਆ ਹੈ। ਕੱਲ੍ਹ ਦੀ ਪ੍ਰਭਾਤ ਫੇਰੀ ਤੁਹਾਨੂੰ ਪਤਾ ਹੀ ਹੈ ਮਿੰਗਰਵਾਲ ਪਿੰਡ ਵਿਖੇ ਜਾਣੀ ਹੈ। ਇਸ ਲਈ ਕੱਲ੍ਹ ਸਵੇਰੇ 4:30 ਵਜੇ ਰੈਡੀ ਹੋ ਜਾਣਾ ਸਾਰਿਆਂ ਨੇ, ਕਿਉਂਕਿ 4:30 ਵਜੇ ਵੰਦਨਾ ਹੋਏਗੀ। ਉਸ ਤੋਂ ਬਾਅਦ ਫਿਰ ਪ੍ਰਭਾਤ ਫੇਰੀ ਆਰੰਭ ਹੋਏਗੀ। ਸਮਝ ਆ ਗਈ ਸਾਰਿਆਂ ਨੇ? ਯਾਦ ਰੱਖਣਾ 4:30 ਵਜੇ ਵੰਦਨਾ ਤੇ ਤਿਆਰੀ ਕਰ ਲੈਣੀ, ਕਿਉਂਕਿ ਕੱਲ੍ਹ ਦੀ ਪ੍ਰਭਾਤ ਫੇਰੀ ਮਿੰਗਰਵਾਲ ਪਿੰਡ। ਕਿਉਂਕਿ ਇਹ ਤਾਂ ਦੱਸ ਰਹੇ ਹਾਂ ਕਿ ਕਈ ਜੀਵ ਸਿੱਧੇ ਆਉਣ ਵਾਲੇ ਹੁੰਦੇ ਹੈ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਕੱਲ੍ਹ ਮੁਸਤਾਫਰ ਕਬਾੜ ਦੇ ਬਿਲਕੁਲ ਨਾਲ ਹੀ ਮਿੰਗਰਵਾਲ ਪਿੰਡ ਪੈਂਦਾ ਹੈ। ਕੱਲ੍ਹ ਸਵੇਰੇ ਪ੍ਰਭਾਤ ਫੇਰੀ ਉੱਥੇ ਪਹੁੰਚੇਗੀ। 5 ਵਜੇ ਪ੍ਰਭਾਤ ਫੇਰੀ ਉੱਥੇ ਪਹੁੰਚੇਗੀ। ਸ਼ਬਦ ਗੁਣਗਾਨ ਹੋਏਗਾ। ਉਸ ਤੋਂ ਬਾਅਦ ਉੱਥੇ ਸਤਸੰਗ ਦੀ ਰਹਿਮਤ, ਆਨੰਦ, ਯਾਨੀ ਨੱਚਣਾ ਗਾਣਾ, ਆਪਣੇ ਮਾਲਿਕ ਦੀ ਉਸਤਤ ਕਰਨੀ, ਸਤਸੰਗ ਦਾ ਆਨੰਦ ਲੈਣਾ, ਸਭ ਕੁਛ ਹੀ ਕੱਲ੍ਹ। ਔਰ ਕੱਲ੍ਹ ਵੀਰਵਾਰ ਵੀ ਹੈ, ਇਸ ਲਈ ਫਿਰ ਵਾਪਸ ਆ ਕੇ ਇੱਥੇ ਵੀ ਸਤਸੰਗ ਦਾ ਆਨੰਦ ਲੈਣਾ ਹੈ। ਕਿਉਂਕਿ ਹਜ਼ਾਰਾਂ ਜੀ ਫਰਿਆਦੀ ਵੀ ਆਉਂਦੇ ਹੈ ਔਰ ਮਾਲਕ ਦੀਆਂ ਰਹਿਮਤਾਂ ਸਾਰਾ ਦਿਨ ਵਰਸਣੀਆਂ ਹੈ। ਵੀ ਕੱਲ੍ਹ ਸ਼ਾਮ ਨੂੰ ਜਿਸ ਤਰ੍ਹਾਂ ਹੁਣੇ ਅਨਵਰ ਨੂੰ ਭੁਲੇਖਾ ਲੱਗ ਗਿਆ ਸੀ
कहना मालक भाई शुरू नहीं करना, 3 शाम हजूर गौस के नाम है 24, 25, 26 तो है ना, सानू भी भुलेखा पै गया 24 करती है ना, पर अज तो 23 है। सो कल शाम को फिर हजूर की याद में भी बैठना है, हजूर की उस्तत करनी है। हजूर गौस पीरा ने पीर जिन्हों का महान पवित्र प्रगट दिवस है, उन्होंने पवित्र जीवन दियाँ कुछ घटनावां, कुछ साखियाँ, कुछ उन्होंने वचन जिहड़े असीं समझने हैं, जिन्होंने सुन के समझ के उस पर अमल करके असीं अपने जीवन च बहुत सुधार कर सकते हैं और बहुत उच्ची मंजिल में हासिल कर सकते हैं, क्योंकि गुरुआं रहबरां दे जीवन को समझ के ही असीं जीवन च सफलता कामयाबी हासिल कर सकते हैं। इसलिए कल का प्रोग्राम लंबा चौड़ा है, सो उस प्रोग्राम का पूरा आनंद लैन वास्ते हुण इस प्रोग्राम को इत्थे समाप्त करिए और थोड़ी रेस्ट करिए, आराम करिए, ताकि कल सवेरे फिर दोबारा आनंद लैन वास्ते 4:30 बजे इत्थे इकट्ठे होइए और मालिक दी रहमतां दी जो कल तो बरसात शुरू हो रही है उसकी शुरुआत करिए और पूरी तरह भिजे आइए बस वो आनंद की बरसात विच। तो तैयार हो ना फिर कल नूं? चलो फिर ठीक है, कल की तैयारी करने वास्ते हुण फिर रेस्ट करो। हुण इत्थे ही इस प्रोग्राम को समाप्त किया जाएगा। खुश रहो, हसो, मुस्कुराओ, आनंद लो, बस मालिक पे विश्वास रखो कि मेरा मालिक मेरे मेरा मालिक मेरे मेरा मालिक मेरे। जय मालिका दी, जय मालिका दी, जय मालिका दी।